ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਪਿੱਛੇ ਜੇ ਜਿਹੜੀਆਂ ਰਿਫਿਊਜ਼ਲਸ ਆਈਆਂ ਉਹਦੇ ਵਿੱਚ ਐਸਓਪੀ 'ਚ ਬਹੁਤ ਸਾਰੀਆਂ ਚੀਜ਼ਾਂ ਸੀ ਜਿਨ੍ਹਾਂ ਨੂੰ ਕਵਰ ਕਰਕੇ ਬਚਿਆ ਜਾ ਸਕਦਾ ਸੀ, ਰਿਫਿਊਜ਼ਲ ਦੀ ਜਗ੍ਹਾ ਤੇ ਵੀਜ਼ਾ ਆ ਸਕਦਾ ਸੀ। ਸੋ 2022 ਦੇ ਵਿੱਚ ਸਟੂਡੈਂਟਸ ਐਸਓਪੀ ਬਣਾਉਣ ਲੱਗੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਕਿ ਜਿਹੜੀਆਂ ਪਿੱਛੇ ਸਟੂਡੈਂਟਸ ਤੋਂ ਗਲਤੀਆਂ ਹੋ ਗਈਆਂ ਉਹ ਦੁਬਾਰਾ ਫਾਰਵਰਡ ਨਾ ਹੋਣ। ਇਹ ਚਰਚਾ ਅੱਜ ਦੇ ਅਸੀਂ ਵੀਡੀਓ ਦੇ ਵਿੱਚ ਕਰਾਂਗੇ। ਸੋ ਬਹੁਤ ਹੀ ਟੂ ਦਾ ਪੁਆਇੰਟ ਰਹੇਗਾ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਸੋ ਸਵਾਗਤ ਕਰਦੇ ਸਭ ਤੋਂ ਪਹਿਲਾਂ ਅੱਜ ਦੇ ਸਾਡੇ ਗੈਸਟ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ ਦਾ। ਸਵਾਗਤ ਹੈ। ਥੈਂਕ ਯੂ ਦੀਪਕ ਜੀ। ਜਗਪ੍ਰੀਤ ਜੀ, ਐਸਓਪੀ ਬਹੁਤ ਇੰਪੋਰਟੈਂਟ ਹੈ, ਸ਼ੁਰੂ ਤੋਂ ਹੀ ਆਪਾਂ ਗੱਲ ਕਰਦੇ ਰਹੇ ਹਾਂ, ਬਹੁਤ ਸਾਰੇ ਵੀਡੀਓਜ਼ ਇਹਦੇ ਤੇ ਬਣਾਏ ਵੀ ਨੇ, ਪਰ ਮੈਂ ਚਾਹੂੰਗਾ ਅੱਜ ਦੇ ਇਸ ਡਿਸਕਸ਼ਨ ਦੇ ਵਿੱਚ ਆਪਾਂ ਫੋਕਸਡ ਰਹੀਏ ਕਿ ਪਿੱਛੇ 1-2 ਮਹੀਨਿਆਂ ਦੇ ਵਿੱਚ ਜਿਹੜੀਆਂ ਰੀਸੈਂਟ ਰਿਫਿਊਜ਼ਲਸ ਆਈਆਂ ਜਿਨ੍ਹਾਂ ਨੂੰ ਐਸਓਪੀ ਨੂੰ ਐਮਪਾਵਰ ਕਰਕੇ ਰੋਕਿਆ ਜਾ ਸਕਦਾ ਸੀ, ਉਹ ਕਿਹੋ ਜਿਹੇ ਨੇ ਤੇ 2022 ਚ ਐਸਓਪੀ ਬਣਾਉਣ ਲੱਗੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਬਿਲਕੁਲ ਦੀਪਕ ਜੀ, ਅੱਜ ਜਿਹੜਾ ਤੁਸੀਂ ਟੌਪਿਕ ਲਿਆ ਐਸਓਪੀ ਬਣਾਉਣ ਲਈ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਇਹਨੂੰ ਮੈਂ ਇੱਕ ਐਗਜ਼ਾਮਪਲ ਦੇ ਨਾਲ ਕੋਟ ਕਰਨ ਦੀ ਕੋਸ਼ਿਸ਼ ਕਰੂੰਗਾ। ਦੀਪਕ ਜੀ, ਆਪਾਂ ਕੋਈ ਵੀ ਡਿਸ਼ ਪ੍ਰਪੇਅਰ ਕਰਦੇ ਹਾਂ, ਡਿਸ਼ ਪ੍ਰਪੇਅਰ ਕਰਨ ਦੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਉਹਦੇ 'ਚ ਇਹ ਹੁੰਦੀ ਹੈ ਕਿ ਉਹਦੇ 'ਚ ਇਨਗਰੀਡੀਐਂਟਸ ਕੀ ਨੇ, ਤਾਂ ਉਹ ਡਿਸ਼ ਜਿਹੜੀ ਹੈ ਉਹ ਟੇਸਟੀ ਬਣਦੀ ਹੈ ਜਾਂ ਉਹ ਤੁਹਾਡੇ ਡਿਸਕਸ਼ਨ ਮੋਡ ਤੋਂ ਬਾਹਰ ਹੋ ਜਾਂਦੀ ਹੈ। ਠੀਕ ਹੈ, ਸਿਮਿਲਰਲੀ ਐਸਓਪੀ ਕਦੋਂ ਸਟਰੋਂਗ ਬਣਾਈ ਜਾ ਸਕਦੀ ਹੈ? ਇਹ ਉਦੋਂ ਬਣਾਈ ਜਾ ਸਕਦੀ ਹੈ ਜਦੋਂ ਇਹਦੇ ਵਿੱਚ ਐਡ ਕਰਨ ਵਾਲਾ ਕੰਟੈਂਟ ਇੱਕ ਦੂਜੇ ਦੇ ਨਾਲ ਇੰਟਰਕਨੈਕਟਿਡ ਹੈ, ਉਹ ਰੈਲੇਵੈਂਟ ਹੈ, ਉਹ ਇੱਕ ਪ੍ਰੋਫਾਈਲ ਦੀ ਕੰਪੈਟੀਬਿਲਿਟੀ ਨੂੰ ਜਸਟੀਫਾਈ ਕਰ ਰਿਹਾ ਹੈ। ਅਦਰਵਾਈਜ਼ ਪ੍ਰੀਵੀਅਸ ਅਕੈਡਮਿਕਸ ਕੁਛ ਨੇ, ਪ੍ਰਪੋਜ਼ਡ ਪ੍ਰੋਗਰਾਮ ਕੁਝ ਹੋਰ ਲਿਆ, ਪ੍ਰੋਫੈਸ਼ਨਲ ਐਕਸਪੀਰੀਅੰਸ ਨੂੰ ਇਲੌਜੀਕਲੀ ਜਸਟੀਫਾਈ ਕੀਤਾ ਹੈ, ਗੈਪ ਨੂੰ ਕਿਸੇ ਨੇ ਜਸਟੀਫਾਈ ਕੀਤਾ, ਕਿਸੇ ਨੂੰ ਨਹੀਂ ਕੀਤਾ, ਫਿਊਚਰ ਪ੍ਰੋਸਪੈਕਟਸ 'ਚ ਤੁਸੀਂ ਕੀ ਕਰਨਾ ਚਾਹੁੰਦੇ। ਜਿੰਨਾ ਚਿਰ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ, ਸਾਰੇ ਐਸਪੈਕਟਸ ਨੂੰ ਇੱਕ ਸਿੰਗਲ ਪਲੈਟਫਾਰਮ ਦੇ ਉੱਤੇ ਲਿਆ ਕੇ ਨਹੀਂ ਰੱਖਦੇ, ਤੁਸੀਂ ਇੱਕ ਐਸਓਪੀ ਨੂੰ ਵੈਲ ਡਿਫਾਈਨਡ ਫਾਰਮੈਟ ਦੇ ਵਿੱਚ ਡਿਜ਼ਾਈਨ ਨਹੀਂ ਕਰ ਸਕਦੇ। ਪਰ ਇਹ ਸਾਰੀਆਂ ਚੀਜ਼ਾਂ ਲਿਖਣ ਲੱਗਦੇ ਆ ਜਦੋਂ ਤੱਕ ਕਿਤੇ ਬਹੁਤ ਲੰਬਾ ਤਾਂ ਨਹੀਂ ਹੋ ਜਾਂਦਾ ਐਸਓਪੀ? ਦੇਖੋ ਦੀਪਕ ਜੀ, ਐਸਓਪੀ ਹੁਣ ਡਿਫਾਈਨ ਜਦੋਂ ਕਰਨਾ ਹੈ, ਇਹਨੂੰ ਇੱਕ ਤਾਂ ਟੂ ਦਾ ਪੁਆਇੰਟ ਲਿਖਣਾ ਹੈ ਔਰ ਇਹਦੇ ਵਿੱਚ ਜਿਹੜਾ ਕੰਟੈਂਟ ਐਡ ਕਰਨਾ ਹੈ ਉਹ ਇੱਕ ਬਹੁਤ ਹੀ ਵੈਲ ਡਰਾਫਟਡ ਮੋਡ ਦੇ ਵਿੱਚ ਐਡ ਹੋਣਾ ਚਾਹੀਦਾ, ਪਲੱਸ ਉਹਦੀ ਜਿਹੜੀ ਡਿਜ਼ਾਈਨਿੰਗ ਹੈ ਉਹ ਟੂ ਦਾ ਪੁਆਇੰਟ ਔਰ ਬਿਲਕੁਲ ਪ੍ਰਿਸਾਈਜ਼ ਹੋਣੀ ਚਾਹੀਦੀ ਹੈ। ਮਤਲਬ ਕਿ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਅਨਵਾਂਟਡ ਕੰਟੈਂਟ ਨਹੀਂ ਹੋਣਾ ਚਾਹੀਦਾ ਜਿਹੜਾ ਕਿ ਟਰੈਕ ਤੋਂ ਬਾਹਰ ਹੋਵੇ। ਸੋ ਜਗਪ੍ਰੀਤ ਜੀ, ਮੈਨੂੰ ਇੱਕ ਗੱਲ ਦੱਸੋ, ਕੀ ਸਟੂਡੈਂਟ ਜਿਹੜਾ ਕਿ +2 ਪੜ੍ਹਿਆ ਹੁੰਦਾ ਕੈਪੇਬਲ ਹੁੰਦਾ ਇਹ ਸਾਰਾ ਕੁਝ ਖੁਦ ਸੋਚ ਕੇ ਲਿਖਣ ਲਈ, ਜਾਂ ਕੰਸਲਟੈਂਟ ਦੀ ਜ਼ਿੰਮੇਵਾਰੀ ਹੁੰਦੀ ਹੈ, ਦੋਨਾਂ ਨੇ ਮਿਲ ਕੇ ਕਰਨਾ? ਦੇਖੋ ਦੀਪਕ ਜੀ, ਜਿੱਦਾਂ ਤੱਕ ਮੈਂ ਗੱਲ ਕਰਾਂ ਆਫਟਰ 12th ਸਟੂਡੈਂਟ ਦੀ, ਚਾਹੇ ਉਹ ਆਫਟਰ ਗ੍ਰੈਜੂਏਸ਼ਨ ਹੈ ਚਾਹੇ ਉਹ ਆਫਟਰ ਪੋਸਟ ਗ੍ਰੈਜੂਏਸ਼ਨ ਹੈ, ਉਹ ਸਟੂਡੈਂਟ ਮੈਚਿਓਰ ਹੈ, ਇਮੈਚਿਓਰ ਹੈ, ਉਹ ਸਿਰਫ ਆਪਣੇ ਅਕੈਡਮਿਕਸ ਖਤਮ ਕਰਕੇ ਆਇਆ, ਉਹਦੇ ਵਿੱਚ ਉਹ ਬਰਾਈਟ ਰਿਹਾ, ਐਵਰੇਜ ਰਿਹਾ, ਬਿਲੋ ਐਵਰੇਜ ਰਿਹਾ, ਉਹਦੇ ਅਕੈਡਮਿਕਸ ਤੱਕ ਕਨੈਕਟਿਡ ਰਿਹਾ। ਜਿਹੜਾ ਐਸਓਪੀ ਪਾਰਟ ਹੈ ਇਹ ਉਸ ਟ੍ਰੇਡ ਦਾ ਕੰਮ ਨਹੀਂ ਹੈ, ਇਹ ਉਸ ਬੰਦੇ ਦਾ ਕੰਮ ਹੈ ਜਿਹੜਾ ਵੈਲ ਐਕਸਪੀਰੀਅੰਸਡ ਹੈ ਇਸ ਪਰਟੀਕੂਲਰ ਟ੍ਰੇਡ ਦਾ। ਸੋ ਨੋ ਡਾਊਟ ਸਟੂਡੈਂਟ ਨੂੰ ਐਸਓਪੀ ਬਣਾਵੇ, ਉਹ ਆਪਣੇ ਆਈਡੀਆਜ਼ ਨੂੰ ਲੈ ਕੇ ਆਵੇ, ਕਿਉਂਕਿ ਤੁਸੀਂ ਕਿਸੇ ਦੇ ਆਈਡੀਆਜ਼ ਨੂੰ ਨਹੀਂ ਲੈ ਸਕਦੇ। ਇੱਕ ਸਟੂਡੈਂਟ ਹੈ, ਉਹਨੇ ਬੀਟੈਕ ਮਕੈਨੀਕਲ ਕੀਤੀ ਹੈ, ਉਹ ਫਰਦਰ ਕੁਆਲਿਟੀ ਅਸ਼ੋਰੈਂਸ ਦਾ ਪ੍ਰੋਗਰਾਮ ਕਰਨ ਜਾ ਰਿਹਾ, ਤਾਂ ਉਹਦੇ ਪਿੱਛੇ ਉਹਦੇ ਕੁਝ ਆਈਡੀਆਜ਼ ਨੇ, ਉਹਦੇ ਕੋਲੋਂ ਲਓ, ਉਹ ਚਾਹੇ ਪੁਆਇੰਟਸ ਦੇ ਫਾਰਮੈਟ 'ਚ ਲਓ, ਚਾਹੇ ਉਹਦੇ ਕੋਲੋਂ ਇੱਕ ਰॉ ਫਾਰਮੈਟ ਦੇ ਵਿੱਚ ਐਸਓਪੀ ਲਓ, ਬਟ ਉਹਨੂੰ ਇੱਕ ਫਾਈਨਲਾਈਜ਼ ਕਰਨਾ ਔਰ ਉਹਨੂੰ ਇੱਕ ਡਿਜ਼ਾਈਨ ਦੇਣਾ ਉਹ ਇੱਕ ਪਰਟੀਕੂਲਰ ਐਕਸਪਰਟ ਦਾ ਹੀ ਕੰਮ ਹੋਣਾ ਚਾਹੀਦਾ ਹੈ। ਇਹਦੇ ਤੇ ਵੀ ਮੇਰਾ ਦੂਜਾ ਨੈਕਸਟ ਸਵਾਲ ਇਹਦੇ ਤੇ ਹੀ ਹੈ, ਤੁਸੀਂ ਬਹੁਤ ਸਾਰੇ ਰਿਫਿਊਜ਼ਲਸ ਵੀ ਦੇਖੇ ਹੋਣੇ ਆ ਪਿਛਲੇ 2-3 ਮਹੀਨੇ ਦੇ ਰਿਫਿਊਜ਼ਲਸ, ਰੀਸੈਂਟ ਰਿਫਿਊਜ਼ਲ ਦੀ ਜੇ ਗੱਲ ਕਰਾਂ ਤਾਂ ਉਹਦੇ 'ਚ ਤੁਸੀਂ ਐਸਓਪੀ ਦੇ ਕਮਜ਼ੋਰ ਹੋਣ ਕਰਕੇ ਜਿਹੜੇ ਰਿਫਿਊਜ਼ਲ ਆਏ ਉਹ ਕਿੰਨੇ ਕੁ % ਬਣਦੇ? ਦੇਖੋ ਦੀਪਕ ਜੀ, ਐਸਓਪੀ ਦੇ ਕਮਜ਼ੋਰ ਹੋਣ ਨਾਲ ਬਹੁਤ ਸਾਰੇ ਰਿਫਿਊਜ਼ਲ ਹੈ। ਕਿੱਦਾਂ ਰਿਫਿਊਜ਼ਲ ਹੈ? ਇੱਕ ਸਟੂਡੈਂਟ ਹੈ, ਉਹਨੇ ਰੀਸੈਂਟ ਆਪਣੀ ਕੁਆਲੀਫਿਕੇਸ਼ਨ ਕੀਤੀ ਕਿਸੇ ਵੀ ਲੈਵਲ ਦੀ, ਉਸ ਤੋਂ ਬਾਅਦ ਉਹਨੇ ਇੱਕ ਪ੍ਰਪੋਜ਼ਡ ਪ੍ਰੋਗਰਾਮ ਰੈਲੇਵੈਂਟ ਲਿਆ, ਅਪਗ੍ਰੇਡਡ ਲਿਆ, ਪ੍ਰੋਗਰੈਸਿਵ ਲਿਆ। ਆਇਲਸ ਇੰਗਲਿਸ਼ ਕ੍ਰੈਡੀਬਿਲਿਟੀਜ਼ ਬਹੁਤ ਸਟਰੋਂਗ ਨੇ, ਅਕੈਡਮਿਕ ਕ੍ਰੈਡੀਬਿਲਿਟੀਜ਼ ਬਹੁਤ ਸਟਰੋਂਗ ਨੇ, ਗੈਪ ਦੀਆਂ ਜਸਟੀਫਿਕੇਸ਼ਨਸ ਬਿਲਕੁਲ ਲੌਜੀਕਲੀ ਜਸਟੀਫਾਈਡ ਹੈ ਜਾਂ ਕਿਸੇ ਦਾ ਗੈਪ ਨਹੀਂ ਹੈ। ਹੁਣ ਉਹ ਐਸਓਪੀ ਦੇ ਵਿੱਚ ਇਹ ਲਿਖ ਦਿੱਤਾ ਗਿਆ ਕਿ ਕੈਨੇਡਾ ਇੱਕ ਬਹੁਤ ਵੱਡਾ ਕੰਟਰੀ ਹੈ, ਇਹਦੇ 'ਚ ਇੰਨੇ ਪ੍ਰੋਵਿੰਸ ਨੇ, ਇੰਨੇ ਸ਼ਹਿਰ ਨੇ,
ਡਾਈਵਰਸ ਕਲਚਰ ਹੈ, ਮੈਂ ਉੱਥੋਂ ਦੇ ਲੋਕ ਤੁਸੀਂ ਅੱਗੇ ਵੀ 2-4 ਵਾਰੀ ਮੈਨੂੰ ਦੱਸਿਆ ਕਾਮਨ ਹੁੰਦਾ ਹੈ। ਬਹੁਤ ਕਾਮਨ ਹੈ ਜੀ, ਬਹੁਤ ਕਾਮਨ ਹੈ। ਮੈਂ ਬਹੁਤ ਸਾਰੇ ਸਟੂਡੈਂਟ ਦੇ ਦੇਖਦਾ, ਫਿਰ ਉਹ ਇੰਸਟੀਟਿਊਸ਼ਨਸ ਨੂੰ ਡਿਸਕ੍ਰਾਈਬ ਕਰਦੇ ਆ। ਦੇ ਬੇਸਿਕਲੀ ਦੀਪਕ ਜੀ, ਮੈਂ ਅੱਜ 2021 ਦੇ ਐਂਡ 'ਚ ਵੀ ਆਪਾਂ ਪਹੁੰਚ ਗਏ ਹਾਂ, ਮੈਨੂੰ ਹਾਲੇ ਤੱਕ ਵੀ ਇਹ ਚੀਜ਼ ਕਲੀਅਰ ਹੈ ਕਿ ਸਟੂਡੈਂਟਸ ਨੂੰ, ਮੋਸਟ ਆਫ ਦੀ ਕੰਸਲਟੈਂਟਸ ਨੂੰ SOP ਦਾ ਲੌਜੀਕਲ ਸਿਗਨੀਫਿਕੈਂਸ ਹੀ ਸਮਝ ਨਹੀਂ ਹੈ। ਦੈਟ ਇਜ਼ ਦਾ ਸਟੇਟਮੈਂਟ ਆਫ ਪਰਪਸ। Why you are applying for a student permit to Canada? What is the purpose behind that? ਉਹ purpose ਕੀ ਹੈ? ਉਹ purpose ਇਹ ਹੈ ਵੀ ਤੁਹਾਡੇ academics ਦੀ improvement। ਬੇਸਿਕ ਤੁਸੀਂ ਕੈਨੇਡਾ ਕਿਸ ਪਰਪਸ ਲਈ ਜਾ ਰਹੇ ਹੋ? ਪੜ੍ਹਨ ਵਾਸਤੇ ਜਾ ਰਹੇ ਹੋ। ਉਹ ਅਕੈਡਮਿਕਸ ਦੀ ਇੰਪਰੂਵਮੈਂਟ ਹੈ, ਔਰ ਉਹਨਾਂ ਨੂੰ ਇੰਪਰੂਵ ਕਰਨ ਤੋਂ ਬਾਅਦ ਉਹਦੀ ਇੰਪਲੀਮੈਂਟੇਸ਼ਨ ਕੀ ਹੈ? ਦਿਸ ਇਜ਼ ਦਾ ਸਿਗਨੀਫਿਕੈਂਟ ਰੀਜ਼ਨ ਆਫ ਪਰਪਸ। ਉੱਥੇ ਆਪਾਂ ਘੁੰਮਣ ਫਿਰਨ ਨਹੀਂ ਚੱਲੇ, ਆਪਾਂ ਪ੍ਰੋਫੈਸ਼ਨਲ ਐਸਪੈਕਟਸ ਨੂੰ ਵੀ ਐਸਟੈਬਲਿਸ਼ ਕਰਨ ਨਹੀਂ ਚੱਲੇ। ਉਹਦਾ ਪਰਪਸ ਕੀ ਹੈ ਦੀਪਕ ਜੀ? ਕਿ ਅਕੈਡਮਿਕਸ ਨੂੰ, ਐਕਸੀਲੈਂਸ ਨੂੰ ਹੋਰ ਜ਼ਿਆਦਾ ਇਨਹੈਂਸ ਕਰਨਾ ਹੈ, ਔਰ ਉਹਦੇ ਚੋਂ ਅਡੋਪਟਡ ਸਕਿੱਲਸ ਨੂੰ ਆਪਾਂ ਕਿੱਥੇ ਇੰਪਲੀਮੈਂਟ ਕਰਨਾ ਹੈ। That is the purpose of your visit. This means this is the statement of purpose you are applying for this particular country, for this particular visa category. So students, ਤੁਸੀਂ ਕਿ ਡਿਸਕਸ਼ਨ 'ਚ ਸੁਣਿਆ ਕਿ ਬਹੁਤ ਸਾਰੇ ਪਿੱਛੇ ਜੇ ਰਿਫਿਊਜ਼ਲ ਇਹੋ ਜਿਹੇ ਆਏ ਨੇ ਜਿਹੜੇ SOP ਕਮਜ਼ੋਰ ਹੋਣ ਕਰਕੇ ਆਏ ਨੇ। ਸੋ ਜਦੋਂ ਵੀ ਤੁਸੀਂ ਅਪਲਾਈ ਕਰੋ, ਇਹ ਚੀਜ਼ ਨੂੰ ਜ਼ਰੂਰ ਆਪਣੇ ਧਿਆਨ 'ਚ ਰੱਖਿਓ ਕਿ ਬਹੁਤ ਸਾਰੀਆਂ ਕਮੀਆਂ ਇਹੋ ਜਿਹੀਆਂ ਜਿਨ੍ਹਾਂ ਨੂੰ SOP ਕਵਰ ਕਰ ਸਕਦਾ, ਪਰ ਜੇ SOP ਖੁਦ ਕਮਜ਼ੋਰ ਹੋਏਗਾ ਤਾਂ ਵੀਜ਼ਾ ਰਿਫਿਊਜ਼ਲ ਦੇ ਚਾਂਸ ਬਹੁਤ ਵੱਧ ਜਾਂਦੇ ਨੇ। ਸੋ ਇਸ ਚੀਜ਼ ਨੂੰ ਧਿਆਨ 'ਚ ਰੱਖ ਕੇ ਹੀ ਤੁਸੀਂ ਅਪਲਾਈ ਕਰਨਾ। ਧੰਨਵਾਦ। ਥੈਂਕ ਯੂ ਜੀ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।